देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। बेशुमार खबरां किसानी अंदोलन को लैके रूबरू ने, लेकिन जिहड़ी खबर प्रमुखता नाल सारे पासों आई जाती है वो ये है कि सिखर ते गए अंदोलन च टुट भज क्यों, किहड़ी धिर जिम्मेवार है इन्हां कंसोआं लई जिहदे विच कदे किसी नूं सस्पेंड करन दी खबर आ रही है ते कदे किसी नूं बाहर दा रस्ता विखाए जाण दी। ਜਿਹੜੀਆਂ ਧਿਰਾਂ ਇਕੱਠੀਆਂ ਹੋ ਕੇ ਲੜਦੀਆਂ ਸੀ ਔਰ ਮੋਰਚੇ ਦੀ ਰੂਹੇ ਰਵਾਂ ਸੀ, ਅੱਜ ਉਹਨਾਂ 'ਚ ਮਤਭੇਦ ਕਿਉਂ? ਇਹ ਨਿੱਜ ਦੀ ਲੜਾਈ, ਇਹ ਹਉਮੈ ਦਾ ਪ੍ਰਚਲਨ ਕਿਹਨੇ ਪਾਤਾ? ਦੂਜਾ ਪੰਜਾਬੀ ਦਾ ਸ਼ਬਦ ਹੈ ਕਿ ਇਹ ਸੇਹ ਦਾ ਤੱਕੜਾ ਕਿਹਨੇ ਗੱਡਿਆ? ਜਦੋਂ ਸੂਈ ਨਹੀਂ ਸੀ ਲੰਘਦੀ ਵਿੱਚੋਂ ਦੀ ਤੇ ਉਹ ਗੱਲਾਂ ਮੋਰਚੇ ਦੀ ਸਫਲਤਾ ਦੀਆਂ ਸੀ, ਲੇਕਿਨ ਅੱਜ ਅਚਨਚੇਤ ਕੀ ਹੋਇਆ कि एक हरियाणे नाल संबंधित वड्डा किसान लीडर जिहड़ा कल तक सारे मोर्चे नूं ऐ अगवाई दे रहा सी जिवें सब तो ज़्यादा जुरतमंद, दलेर, गैरतमंद उही है। उहदी गल दे विच वजन भी पूरा सी ते अज भी पूरा है। आखिर क्यों संयुक्त मोर्चे विचों उहदे पासे होण दीयां खबरां ने ते आखिर क्यों किसान मोर्चे दे डिजिटल प्लेटफार्म तो यह कहना पै रहा कि नहीं एक कमेटी बनाई है स्पष्टीकरण लैण लई? सवाल तां इह भी ने कि जेकर कोई इंडिपेंडेंट तौर पर इंडिविजुअल तौर पर विचरदा है कि उहदे लई असीं पहिलां तो पैमाना बनाया कि असीं जदों संयुक्त किसान मोर्चा तुरदा है उदों ये मन के चले सी कि जिहड़ा व्यक्ति विशेष इहदी तर्जमानी संयुक्त मोर्चे के मैंबर वजों करूगा उहदे ते डिसिपलिन लागू होऊगा, जां जे व्यक्तिगत हैसीयत दे विच कोई एक्टिविटी करदा ते उहदे ते भी लागू होऊगा। ਹੁਣ ਵੱਖ-ਵੱਖ ਥਾਵਾਂ ਤੇ ਬੈਠੇ ਲੋਕਾਂ ਦੇ ਵੱਖ-ਵੱਖ ਮਾਪਦੰਡ ਹੋ ਸਕਦੇ, ਪੈਮਾਨੇ ਹੋ ਸਕਦੇ ਆ, ਲੇਕਿਨ ਇੰਨੀ ਅੱਗੇ ਜਾ ਕੇ ਉਥੋਂ ਪਛਾਣ ਮੁੜਨਾ ਅਸਫਲਤਾ ਲਈ ਦੋ ਕਦਮ ਹੀ ਬਹੁਤ ਹੁੰਦੇ ਆ, ਗਲਤ ਕਦਮ। ਜਦੋਂ ਲੋਕਾਂ ਦੀ ਪੂਰੀ ਤਰ੍ਹਾਂ ਹਮਦਰਦੀ ਔਰ ਸੈਲਾਬ ਨਾਲ ਸੀ, ਉਸ ਵੇਲੇ ਲੀਡਰਸ਼ਿਪ ਦੇ ਵਿੱਚ ਦੁਫਾੜ, ਲੀਡਰਸ਼ਿਪ ਦੇ ਵਿੱਚ ਵਿਚਾਰਕ ਮਤਭੇਦ ਜਾਂ ਲੀਡਰਸ਼ਿਪ ਦੇ ਵਿੱਚ ਹਉਮੈ ਦੀ ਲੜਾਈ, ਕੀ ਇਹਦਾ ਕੋਈ ਸਥਾਨ ਹੈ? बीते दे विच पंजाबियां च खास तौर पर सिखां च लीडरशिप नूं लैके फेलीयर दे 100 नमूने पे आ, 100 उदाहरणां पईयां ने कि एक बारी फिर सानूं वो दिन देखने पैणगे। असीं बिल्कुल किसी भी नज़रिए तो ये औकात नहीं रखते कि असीं किसी नूं शीशा विखाईए। लड़ाई लड़ रहीआं धिरां साडे नालों 100 गुणा सियाणीआं ते समर्थ ने, पर की लोक भावनावां दी तर्जमानी करदिआं यू टर्न मालना ਜਾਂ बैक गेयर च आ जाना, ਇਹਦੇ ਤੇ ਨਜ਼ਰਸਾਨੀ ਕਰਨੀ ਬਣਦੀ ਕਿ ਨਹੀਂ? ਕਿ ਬਲਬੀਰ ਸਿੰਘ ਰਾਜੇਵਾਲ ਤੇ ਉਹਨਾਂ ਦੇ ਬਾਕੀ ਸਾਥੀ ਕਾਲ ਨਹੀਂ ਕਰ ਰਹੇ? ਇਹ ਬਹੁਤ ਸਾਰੇ ਸਵਾਲ ਆ ਸਰਦਾਰ ਸਾਹਿਬ ਜੀ। ਜਦੋਂ ਮੋਰਚਾ ਸਫਲਤਾ ਦੀ ਪੌੜੀ ਚੜ੍ਹਦਾ ਗਿਆ ਔਰ ਇੱਕ ਮਿਸਾਲੀ ਉਦਾਹਰਨ ਸਿਰਜਤੀ ਜੀ, ਉਸ ਮੌਕੇ ਤੇ ਜਾ ਕੇ ਇਹ ਜਿਹੜੀਆਂ ਵਿੱਚ ਦਰਾਰ ਦੀਆਂ ਖਬਰਾਂ ਨੇ ਇਹ ਬਹੁਤ ਤਕਲੀਫ ਦੇ ਨੇ ਪੰਜਾਬੀਆਂ ਲਈ, ਕਿਸਾਨਾਂ ਲਈ ਔਰ ਸਾਰੇ ਦੇਸ਼ ਦੀ ਜਿਹੜੀ ਮੂਵਮੈਂਟ ਹੈ ਉਹਦੇ ਵਿੱਚ ਸ਼ਾਮਲ ਧਿਰਾਂ, ਹਮਦਰਦ ਧਿਰਾਂ, ਸਾਰਿਆਂ ਨੂੰ ਤਕਲੀਫ ਹੋ ਰਹੀ ਹੈ। ਆਖਰ ਇਹ ਓਵਰਨਾਈਟ ਤਾਂ ਮਤਭੇਦ ਆਏ ਨਹੀਂ ਨਾ ਦੇਖੋ, ਇਹ ਤੇ 3-4 ਦਿਨ ਤੋਂ ਧੁਖਦੀ ਪਈ ਸੀ ਜੀ। ਗੱਲ ਸਿਰਫ ਇੱਥੋਂ ਤੁਰੀ ਸੀ ਪਹਿਲਾਂ ਕਿ ਜਿਹੜਾ ਟਰੈਕਟਰ ਮਾਰਚ ਜਾਣਾ ਆ ਦਿੱਲੀ ਦਾ 26 ਜਨਵਰੀ ਨੂੰ, ਉਹਦੀ ਰੂਪ ਰੇਖਾ ਕੀ ਆ ਜੀ, ਉਹਨ ਕੀ ਕਰਨਾ ਕੀ ਨਹੀਂ ਕਰਨਾ। ਔਰ ਸਾਨੂੰ ਤਾਂ ਲੱਗਦਾ ਕਿ ਸ਼ਾਇਦ ਕਿਸੇ ਨੇ ਬੈਠ ਕੇ ਰੋਡ ਮੈਪ ਤਿਆਰ ਹੀ ਨਹੀਂ ਕੀਤਾ। ਜਿੰਨਾ ਕੁ ਕਿਸੇ ਦੇ ਕੋਲ ਤੀਲਾ ਸੀ ਉਨਾ ਕੁ ਗਾਂ ਦਿਖਾ ਦਿੱਤਾ, ਜਿੰਨੀ ਕੁ ਕਿਸੇ ਨੂੰ ਸੂਝ ਸੀ ਉਹਨੂੰ ਦਿਖਾ ਦਿੱਤਾ। ਔਰ ਸਭ ਤੋਂ ਹੈਰਾਨੀ ਗੱਲ ਹੈ ਔਰ ਸ਼ਰਮਨਾਕ ਵੀ ਆ ਕਿ ਸਾਰੇ ਸੰਸਾਰ ਦੇ ਮੋਹਰੇ ਅਸੀਂ ਜਾਬਤਾ ਲਾਗੂ ਕਰਵਾ ਰਹੇ ਹਾਂ। ਅਸੀਂ ਅਜੇ ਤੱਕ ਇਹ ਜਿਹੜੇ ਕਿਸਾਨੀ ਧਿਰਾਂ ਬੈਠੀਆਂ ਨੇ, ਜਿਹੜੇ ਲੀਡਰ ਨੇ 40 ਨੇ, 42 ਨੇ, 34 ਨੇ, 35 ਨੇ, ਆਖਰ ਇਹਨਾਂ ਨੇ ਅਜੇ ਤੱਕ ਜਿੰਨੇ ਵੀ ਲੱਖਾਂ ਲੋਕ ਉੱਥੇ ਗਏ ਨੇ ਉਹਨਾਂ ਨੂੰ ਜਾਬਤੇ ਦਾ ਪਾਠ ਹੀ ਪੜ੍ਹਾਇਆ। ਤੇ ਕੀ ਇਹ ਆਪ ਜਾਬਤੇ ਦਾ ਪਾਠ ਪੜ੍ਹਨ ਤੋਂ ਵਾਂਝੇ ਕਿੱਦਾਂ ਰਹਿ ਗਏ? ਸਰਦਾਰ ਸਾਹਿਬ ਇੱਕ ਸ਼ਬਦ ਤੁਸੀਂ ਵਰਤਿਆ, ਅਸੀਂ ਉਹ ਵਾਪਸ ਲੈਂਦੇ ਆ। ਸ਼ਰਮਨਾਕ ਸ਼ਬਦ ਥੋੜਾ ਜਿਹਾ ਤਿੱਖਾ ਹੈ। ਨਹੀਂ, ਸ਼ਰਮਨਾਕ ਇਸ ਕਰਕੇ ਕਿ ਜਦੋਂ ਅਸੀਂ ਆਖਰ ਇਹ ਤਕਲੀਫ ਕਿਹਨੂੰ ਆ? ਪਹਿਲੀ ਗੱਲ ਤੇ ਆਮ ਲੋਕ, ਜਿਹੜੇ ਆਮ ਲੋਕ ਜਿਨ੍ਹਾਂ ਨੇ ਇਹਨੂੰ ਬਣਾਇਆ, ਆਮ ਲੋਕ। ਔਰ ਅੱਜ ਜੋ ਕੁਝ ਤੁਸੀਂ ਅਖਬਾਰਾਂ ਦੀਆਂ ਖਬਰਾਂ ਤੋਂ ਬਾਅਦ ਵੇਖ ਰਹੇ ਹੋ, ਜਿੱਦਾਂ ਤੁਸੀਂ ਫੇਸਬੁੱਕ ਦੇ ਉੱਤੇ ਦੇਖ ਰਹੇ ਹੋ, ਜਿਹਨੂੰ ਕਹਿ ਲਓ ਕਿ ਇੱਕ ਬਰਾਬਰ ਦੀ ਜੰਗ ਤੁਰ ਪਈ ਆ। ਮੈਂ ਫਿਰ ਆਉਣਾ ਤੁਹਾਡੇ ਵੱਲ ਜਿਹੜੀ ਆ ਇੱਕ ਜਿਹਨੂੰ ਕਹਿ ਦਿੰਦੇ ਕਿ ਰੇਲ ਗੱਡੀ ਦੀ ਲਾਈਨ ਬਦਲ ਦਿੱਤੀ ਗਈ ਹੈ। ਜੀ ਜੀ। ਜਦੋਂ ਐਸੇ
ਸਾਹਮਣੇ ਆਉਣਗੇ ਹਾਲਾਤ, ਫਿਰ ਤਕਲੀਫ ਜ਼ਰੂਰ ਹੋਏਗੀ ਅੰਦਰ। ਦੋਸਤੋ, ਤੁਹਾਨੂੰ ਯਾਦ ਹੋਊਗਾ ਕਿ ਇੱਕ ਟੀਵੀ ਚੈਨਲ ਦੇ ਕੈਮਰੇ ਦੇ ਉੱਤੇ ਗੁਰਨਾਮ ਸਿੰਘ ਚੜੂਣੀ ਇਹ ਕਹਿੰਦੇ ਨੇ ਕਿ ਜੇਕਰ ਟਰੈਕਟਰਾਂ ਨਾਲ ਬੈਰੀਕੇਡ ਨਹੀਂ ਉਲੰਘਣੇ ਤਾਂ ਫਿਰ ਉਹਨਾਂ ਨੂੰ ਧੂਫ ਦੇਣ ਲਈ ਲਿਆਂਦਾ ਜਾਂ ਲਿਆਉਣਾ। ਬਿਲਕੁਲ। ਦੂਜੇ ਬੰਨੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਨਾਂ ਲਏ ਬਿਨਾਂ ਇਹ ਕਹਿੰਦੇ ਆ ਕਿ ਸਾਡੇ ਹੀ ਕੁਝ ਬੰਦੇ ਉਲਟੀਆਂ ਸਿੱਧੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਪੁੱਛਾਂਗੇ ਵੀ ਕਿਸ ਦਿਨ ਮੀਟਿੰਗ 'ਚ ਇਹ ਗੱਲਾਂ ਹੋਈਆਂ ਕਿ ਅਸੀਂ ਸੰਸਦ ਨੂੰ ਜਾਣਾ ਹੈ ਜਾਂ ਅਸੀਂ ਹੋਰ ਕਿਸੇ ਪਾਸੇ ਜਾਣਾ। ਸੋ ਜਿਹੜੀ ਸਰਦਾਰ ਸਾਹਿਬ ਦੀ ਗੱਲ ਕਿ ਧੁੱਖ ਦੀ ਦੇਰ ਤੋਂ ਪਈ ਸੀ, ਅਸੀਂ ਉਸ ਦਿਨ ਵੀ ਕਿਹਾ ਸੀ ਕਿ ਆਖਰ ਇਹ ਮਤਭੇਦ ਕਿਉਂ, ਜਿਹੜੀਆਂ ਗੱਲਾਂ ਟੇਬਲ ਤੇ ਬਹਿ ਕੇ ਐਡਰੈਸ ਕੀਤੀਆਂ ਜਾ ਸਕਦੀਆਂ ਉਹਨਾਂ ਨੂੰ ਜਨਤਕ ਮੰਚਾਂ ਤੋਂ ਉਛਾਲਣਾ ਇਹ ਕੀ ਮੋਰਚੇ ਲਈ, ਅੰਦੋਲਨ ਲਈ ਫਾਇਦੇਮੰਦ ਹੈ? ਕੀ ਅੰਦੋਲਨ ਦੀ ਰੂਹ ਮਰੀ ਨਹੀਂ, ਇਹਦੇ ਨਾਲ ਮਰਨੀ ਜਾਊਗੀ? ਇਹ 3-4 ਵੱਡੇ ਸਵਾਲ ਸੀ ਜਿਹੜੇ ਹੌਲੀ ਹੌਲੀ ਐਡਰੈਸ ਹੋਣ ਵਾਲੇ ਸੀਗੇ ਲੇਕਿਨ ਕੀਤੇ ਨਹੀਂ ਗਏ, ਦੂਰੀ ਵੱਧਦੀ ਗਈ। ਦੂਜੇ ਬੰਨੇ ਜਦੋਂ ਅਚਨਚੇਤ ਗੁਰਨਾਮ ਸਿੰਘ ਚੜੂਣੀ ਦੀ ਇਹ ਖਬਰ ਫਲੈਸ਼ ਹੁੰਦੀ ਹੈ ਕਿ ਉਹ ਸਿਆਸੀ ਧਿਰਾਂ ਨਾਲ ਇੱਕ ਮੰਚ ਤੋਂ ਇਕੱਠੇ ਨੇ ਔਰ ਕਨਸੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਸਿਆਸੀ ਧਿਰਾਂ ਜਿਹੜੀਆਂ ਲਗਭਗ 65% ਨੇ ਭਾਜਪਾ ਦੇ ਮੁਕਾਬਲੇ, ਉਹਨਾਂ ਸਾਰੀਆਂ ਨੂੰ ਵਿਰੋਧ 'ਚ ਲਿਆਉਣਾ ਬਣਦਾ ਤੇ ਉਹਨੂੰ ਲੈ ਕੇ ਰੌਲਾ ਤਾਂ ਸੀ। ਬਿਲਕੁਲ। ਲੇਕਿਨ ਜਦੋਂ ਅੱਜ ਸਰਦਾਰ ਗੁਰਨਾਮ ਸਿੰਘ ਦੀ ਸਫਾਈ ਆਉਂਦੀ ਹੈ ਤੇ ਉਹ ਸਫਾਈ ਦੇ ਵਿੱਚ ਇਹ ਕਹਿੰਦੇ ਆ ਕਿ ਇੱਕ ਗਲਤ ਮੈਸੇਜ ਜਾ ਰਿਹਾ ਕਿ ਉਹ ਜਿਹੜੀ ਮੀਟਿੰਗ ਮੈਂ ਬੁਲਾਈ ਆ ਜਾਂ ਮੈਂ ਕਰ ਰਿਹਾ, ਮੈਂ ਤਾਂ ਉਸ ਇੱਕ ਗੈਰ ਸਿਆਸੀ ਮੰਚ ਦਾ ਮੈਂਬਰ ਸੀ ਜਿਨੇ ਇਹਨਾਂ ਨੂੰ ਸੱਦਿਆ। ਬਿਲਕੁਲ। ਔਰ ਮੈਂ ਉੱਥੇ ਸੰਯੁਕਤ ਮੋਰਚੇ ਦੇ ਰੂਪ ਦੇ ਵਿੱਚ ਨਹੀਂ ਗਿਆ, ਉਹਨਾਂ ਦੇ ਰਿਪਰੈਜ਼ੈਂਟੇਟਿਵ ਵਜੋਂ ਸ਼ਾਮਲ ਨਹੀਂ ਹੋਇਆ, ਮੈਂ ਵਿਅਕਤੀਗਤ ਰੂਪ 'ਚ ਉੱਥੇ ਸ਼ਾਮਲ ਹੋਇਆ। ਮੈਂ ਜਾਂ ਤਾਂ ਸੰਯੁਕਤ ਮੋਰਚੇ ਵੱਲੋਂ ਕੋਈ ਗੱਲ ਕੀਤੀ ਤਾਂ ਉਹਦਾ ਅਰਥ ਬਣਦਾ, ਲੇਕਿਨ ਸਰਦਾਰ ਸਾਹਿਬ ਇਹ ਗੱਲ ਬੜੀ ਅਹਿਮ ਆ ਕਿ ਅਮੂਮਨ ਜਦੋਂ ਕੋਈ ਚਿਹਰਾ ਵੱਡਾ ਹੋ ਜਾਂਦਾ ਉਹ ਕੰਪੈਰੀਟਿਵਲੀ ਕਿਸੇ ਅੰਦੋਲਨ ਜਾਂ ਕਿਸੇ ਸਥਿਤੀ ਦੇ ਵਿੱਚ ਫੋਕਸ ਵਿੱਚ ਹੁੰਦਾ ਤੇ ਸਾਰੀ ਖਬਰ ਚੜੂਣੀ ਦੇ ਦੁਆਲੇ ਘੁੰਮ ਗਈ। ਬਿਲਕੁਲ। ਦਿੱਲੀ ਦੇ ਵਿੱਚ ਜੋ ਵਾਪਰਿਆ ਇਹ ਰਾਜੇਵਾਲ ਤੇ ਉਹਨਾਂ ਦੇ ਸਾਥੀਆਂ ਨੂੰ ਥੋੜਾ ਸੰਜੀਦਗੀ ਨਾਲ ਸੋਚਣਾ ਚਾਹੀਦਾ ਸੀ ਕਿ ਚੜੂਣੀ ਉੱਥੇ ਗਏ ਨੇ, ਲੇਕਿਨ ਕਿਉਂਕਿ ਚੜੂਣੀ ਖਬਰ ਬਣਦੀ ਆ ਸੰਯੁਕਤ ਮੋਰਚੇ ਦੇ ਨਜ਼ਰੀਏ ਤੋਂ ਕਿ ਉੱਥੇ ਲੜਾਈ ਲੜਨ ਵਾਲਾ ਬੰਦਾ ਜੇ ਇੱਥੇ ਆ ਗਿਆ, ਉਹ ਇੱਕ ਮੈਂਬਰ ਵਜੋਂ ਜਾ ਰਿਹਾ। ਹੁਣ ਇੱਕ ਵੱਡਾ ਸਵਾਲ ਆ, ਰਾਜੇਵਾਲ ਔਰ ਬਾਕੀ 30-32 ਜਥੇਬੰਦੀਆਂ ਦੇ ਨੁਮਾਇੰਦੇ ਵਾਰੀ-ਵਾਰੀ ਪੰਜਾਬ ਵੱਲ ਆ ਰਹੇ ਆ, ਉਹ ਵੱਖ-ਵੱਖ ਧਿਰਾਂ ਨਾਲ ਨਜ਼ਰ ਆ ਰਹੇ ਆ, ਉਹ ਇੱਥੇ ਕੈਂਪੇਨ ਵੀ ਕਰ ਰਹੇ ਆ, ਉਹ ਵੱਖ-ਵੱਖ ਪ੍ਰੋਗਰਾਮਸ ਦੇ ਵਿੱਚ ਸ਼ਾਮਲ ਹੋ ਰਹੇ। ਕੱਲ ਨੂੰ ਕੋਈ ਉਹਨਾਂ ਦੀ ਇੱਥੇ ਪੰਜਾਬ 'ਚ ਫੇਰੀ ਜਾਂ ਬਾਕੀ ਚੀਜ਼ਾਂ ਨੂੰ ਵੀ ਉਹਨਾਂ ਚੀਜ਼ਾਂ ਨਾਲ ਜੋੜੇ, ਉਹ ਗੱਲ ਅਲੱਗ ਨਹੀਂ ਬਣਦੀ। ਗੱਲ ਤੇ ਰੰਧਾਵਾ ਜੀ ਸਿਰਫ ਇੰਨੀ ਕੁ, ਤੁਸੀਂ ਹੁਣੇ ਇੱਕ ਪ੍ਰੈਸ ਰਿਲੀਜ਼ ਦਾ ਜ਼ਿਕਰ ਕੀਤਾ ਜੀ, ਜਿਹੜਾ ਕਿਸਾਨ ਮੋਰਚਾ ਏਕਤਾ, ਜਿਹੜੀ ਇਹਨਾਂ ਦੀ ਕਿਸਾਨ ਏਕਤਾ ਮੋਰਚਾ ਜਿਹੜੀ ਇਹਨਾਂ ਦੀ ਡਿਜੀਟਲ ਸਾਈਟ ਹੈ ਇਹ ਮੋਰਚੇ ਦੀ, ਜਿਹਦੇ ਤੋਂ ਹਰ ਖਬਰ ਜਿਹੜੀ ਆ ਉਹ ਬਾਹਰ ਦਿੱਤੀ ਜਾਂਦੀ ਜੀ। ਉਹ ਜਿਹੜੀ ਸਾਈਟ ਹੈ ਉਹ ਅੱਜ ਖਬਰ ਦੇ ਰਹੀ ਹੈ 2 ਘੰਟੇ ਪਹਿਲਾਂ ਖਬਰ ਦੇ ਰਹੀ ਹੈ, ਲੇਕਿਨ ਜਿਹੜੀ ਮੀਟਿੰਗ ਇਹਨਾਂ ਦੀ ਹੋਈ ਹੈ ਚੜੂਣੀ ਸਾਹਿਬ ਦੀ ਉਹ ਕੱਲ ਹੋਈ ਹੈ। 24 ਘੰਟੇ ਹੋ ਗਏ 24 ਘੰਟੇ ਤੋਂ ਬਾਅਦ ਜਦੋਂ ਪੂਰੇ ਦੇਸ਼ ਦੀਆਂ ਅਖਬਾਰਾਂ ਜਿਹੜੀਆਂ ਇਹ ਖਬਰਾਂ ਛਾਪ ਚੁੱਕੀਆਂ ਨੇ ਕਿ ਚੜੂਣੀ ਨੂੰ ਬਾਹਰ ਕੱਢਿਆ ਗਿਆ, ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਇੱਕ 5 ਮੈਂਬਰੀ ਕਮੇਟੀ ਸਮੁੱਚੇ ਮਾਮਲੇ ਦੀ ਜਾਂਚ ਕਰੇਗੀ, ਤੇ ਮਾਫ ਕਰਨਾ ਉਸ ਵੇਲੇ ਜਦੋਂ ਇਹ ਖਬਰ ਸੰਯੁਕਤ ਮੋਰਚੇ ਪਾਸ ਆ ਗਈ ਸੀ ਕਿ ਗੁਰਨਾਮ ਸਿੰਘ ਚੜੂਣੀ ਇੱਕ ਐਸੀ ਮੀਟਿੰਗ ਦੇ ਵਿੱਚ ਬੈਠੇ ਨੇ ਤੇ ਉਸੇ ਵਕਤ ਹੀ ਇਹ ਫੈਸਲਾ ਹੋ ਜਾਣਾ ਚਾਹੀਦਾ ਸੀ। ਕੋਈ ਅਧਿਕਾਰਤ ਨਹੀਂ ਸਰਦਾਰ ਸਾਹਿਬ, ਅਧਿਕਾਰਤ ਜਾਣਕਾਰੀ ਜ਼ਰੂਰ ਦੇਖਣੀ ਚਾਹੀਦੀ ਸੀ। ਚੜੂਣੀ ਨੇ ਇਹ ਗੱਲ ਕਹਿਤੀ ਜੀ, ਇੱਕ ਜਰਨਲਿਸਟ ਨੇ ਹਿੰਦ ਸਮਾਚਾਰ ਸਮੂਹ ਦੇ ਨੇ ਜੀ, ਉਹਨਾਂ ਨੂੰ ਕਿਹਾ ਕਿ ਮੈਂ ਜਿਹੜੇ ਇਹ ਸਾਡੇ ਲੀਡਰ ਨੇ ਮੈਂ ਇਹਨਾਂ ਤੋਂ ਦੂਰ ਥੋੜੀ ਸੀ, ਮੈਂ ਅੰਦੋਲਨ ਖਰਾਬ ਥੋੜੀ, ਇਹ ਮੈਨੂੰ ਪੁੱਛ ਲੈਂਦੇ, ਇਹ ਮੈਨੂੰ ਸਵਾਲ ਪੁੱਛਦੇ। ਸਰਦਾਰ ਸਾਹਿਬ ਇਹ ਬੜਾ ਅਹਿਮ ਸਵਾਲ ਆ ਕਿ ਅੱਜ 2 ਘੰਟੇ ਪਹਿਲਾਂ ਤੁਸੀਂ ਇਹ ਖਬਰ ਦੇ ਰਹੇ ਹੋ ਕਿ ਜਿਹੜਾ ਸੰਯੁਕਤ ਮੋਰਚਾ ਹੈ ਇਹਦਾ ਉਸ ਮੀਟਿੰਗ ਨਾਲ ਕੋਈ ਸੰਬੰਧ ਨਹੀਂ ਜੀ। ਇਹ ਗੱਲ ਤੁਸੀਂ ਕੱਲ ਮੀਟਿੰਗ ਦੇ ਤੁਰੰਤ ਬਾਅਦ ਦੇ ਕੇ ਇਹ ਕਹਿ ਸਕਦੇ ਸੀ ਕਿ ਚੜੂਣੀ ਉੱਥੇ ਨਿੱਜੀ ਹੈਸੀਅਤ 'ਚ ਗਏ, ਔਰ ਇਹ ਬਿਆਨ ਦੇਣ ਤੋਂ ਪਹਿਲਾਂ ਰਾਜੇਵਾਲ ਜਾਂ ਬਾਕੀ ਕੋਈ ਵੀ ਬੰਦਾ ਵਿਅਕਤੀ ਵਿਸ਼ੇਸ਼ ਜਿਹੜਾ ਅਧਿਕਾਰ ਕਰਤਾ ਜਾਂਦਾ ਉਹ ਚੜੂਣੀ ਸਾਹਿਬ ਤੋਂ ਟੈਲੀਫੋਨਿਕਲੀ ਸਫਾਈ ਲੈ ਲੈਂਦਾ ਕਿ ਆਹ ਖਬਰ ਹੈ, ਇਹਦੇ 'ਚ ਤੁਹਾਡਾ ਰੋਲ ਕੀ ਹੈ। ਸੋ ਮੈਨੂੰ ਇੰਜ ਲੱਗਦਾ ਸਰਦਾਰ ਸਾਹਿਬ ਕਿ ਜਦੋਂ ਇਸ ਗੱਲ ਨੂੰ ਜਾਂ ਤਾਂ ਕਈ ਵਾਰੀ ਹੁੰਦਾ ਹੈ ਕਿ
ਉਹ ਕਹਿੰਦੇ ਹੁੰਦੇ ਨਾ, ਬਹਾਨਾ ਹੀ ਬੰਦਾ ਲੱਭਦਾ ਹੈ। ਜੀ ਆਟਾ ਗੁੰਨ ਦੀ ਦਾ। ਹਾਂ ਮੋਢੇ ਹਿਲਦੇ ਆ ਤੇਰੇ ਹੁਣ ਸਵਾਲ ਇਹ ਆ ਕਿ ਕੀ ਚੜੂਨੀ ਲਈ ਇਹ ਆਲਰੇਡੀ ਸਕ੍ਰਿਪਟਡ ਸੀ? ਜੀ ਕੀ ਤੁਸੀਂ ਮੌਕਾ ਭਾਲ ਰਹੇ? ਲੋਕ ਤਾਂ ਇਹੀ ਕਹਿਣਗੇ। ਜੀ ਇਸ ਵੇਲੇ ਜੋ ਵੀ ਖਬਰ ਆ ਰਹੀ ਹੈ ਉਸ ਖਬਰ ਨੂੰ ਸਿਰਫ ਖਬਰ ਦੇ ਨਜ਼ਰੀਏ ਤੋਂ ਮੁਲਾਂਕਣ ਕਰ ਰਹੇ ਆ। ਬਲਬੀਰ ਸਿੰਘ ਰਾਜੇਵਾਲ ਬੇਹੱਦ ਸੁਹਿਰਦ ਇਨਸਾਨ ਹੈ, ਉਹਨਾਂ ਨਾਲ ਜੁੜੀਆਂ ਸਾਰੀਆਂ ਧਿਰਾਂ ਉਹਨਾਂ ਤੋਂ ਵੀ ਜ਼ਿਆਦਾ ਸੁਹਿਰਦ ਆ, ਉਹਨਾਂ ਦੇ ਨਾਲ ਪੂਰੀ ਹਮਦਰਦੀ ਆ। ਲੇਕਿਨ ਜਿਹੜਾ ਸੁਨੇਹਾ ਜਾ ਰਿਹਾ ਉਹ ਕਿਸੇ ਮੁਗਾਲਤੇ ਕਾਰਨ, ਕਿਸੇ ਗਲਤਫਹਿਮੀ ਕਾਰਨ ਅੱਗੇ ਵੱਧ ਰਿਹਾ। ਜਦੋਂ ਗੁਰਨਾਮ ਸਿੰਘ ਚਡੂਨੀ ਨੂੰ ਤੁਸੀਂ ਬਾਹਰ ਦਾ ਰਸਤਾ ਵਿਖਾਓਗੇ, ਸਸਪੈਂਡ ਕਰੋਗੇ ਜਾਂ ਸਫਾਈ ਦਿਓਗੇ ਕਿ ਉਹਨਾਂ ਨੂੰ ਕਮੇਟੀ ਸਾਹਮਣੇ ਪੇਸ਼ ਹੋਣਾ ਜਾਂ ਜਦੋਂ ਸਫਾਈ ਲੈਣੀ। ਤੁਸੀਂ 5 ਮੈਂਬਰੀ ਕਮੇਟੀ ਬਣਾ ਦਿੱਤੀ ਆ ਜੀ, ਪਰ ਪਹਿਲੀ ਗੱਲ ਤੇ ਆ ਕਿ ਅਸੀਂ ਤੇ ਅਜੇ ਤੱਕ ਜੋ ਕੁਝ ਦੇਖਿਆ, ਸਾਨੂੰ ਤੇ ਸ਼ੁਰੂਆਤੀ ਦੌਰ 'ਚ 3-4 ਨਾਂ ਸਾਹਮਣੇ ਆਉਂਦੇ ਸੀ। ਜੀ, ਉਗਰਾਹਾਂ ਦਾ ਨਾਂ ਸਾਹਮਣੇ ਆਉਂਦਾ ਸੀ, ਰਾਜੇਵਾਲ ਦਾ ਨਾਂ ਆਉਂਦਾ ਸੀ, ਇੱਕ ਸਰਵਣ ਸਿੰਘ ਬੰਧੇਰ ਦਾ ਨਾਂ ਆਉਂਦਾ ਸੀ, ਇੱਕ ਇਹਨਾਂ ਦਾ ਗੁਰਨਾਮ ਸਿੰਘ ਚੜੂਨੀ ਦਾ ਨਾਂ ਆਉਂਦਾ ਸੀ, ਜਿਹੜੇ ਕਿ ਪੰਜਾਬ ਨਾਲ ਸੰਬੰਧਿਤ ਨਹੀਂ ਸਨ, ਹਰਿਆਣੇ ਦੇ ਸਨ। ਔਰ ਉਹਨਾਂ ਦਾ ਨਾਂ ਉਸ ਵੇਲੇ ਆਉਂਦਾ ਜਿੱਦਣ ਪਹਿਲੇ ਦਿਨ ਹੀ ਪੰਜਾਬ ਤੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਲਈ ਰਵਾਨਾ ਹੁੰਦੇ ਜੀ। ਸਭ ਤੋਂ ਪਹਿਲਾ ਨਾਂ ਉਹਨਾਂ ਦਾ ਸਾਹਮਣੇ ਆਉਂਦਾ ਕਿ ਵਾਕਿਆ ਹੀ ਕੋਈ ਲੀਡਰ ਹੈ ਜਿਹੜਾ ਅੱਗੇ ਲੱਗਿਆ। ਔਰ ਉਹਦੇ ਤੋਂ ਬਾਅਦ ਜੋ ਕੁਝ ਉਸ ਮੰਚ ਦੇ ਉੱਤੇ ਹੁੰਦਾ ਰਿਹਾ, ਪਾਬੰਦੀਆਂ ਬਹੁਤਿਆਂ ਤੇ ਲੱਗੀਆਂ ਨੇ, ਇਹ 'ਚ ਕੋਈ ਦੋ ਰਾਵਾਂ ਨਹੀਂ। ਇਹਨਾਂ ਦੀ ਆਪਣੀ ਅਖਬਾਰ ਜਿਹੜੀ ਆ 1 ਤੋਂ 2 ਹੋਈਆਂ, ਇਹ ਵੀ ਸਭ ਨੇ ਦੇਖਿਆ। ਲੇਕਿਨ ਜਿਹੜੇ ਲੋਕ ਕਿਸਾਨਾਂ ਦੇ ਹੱਕਾਂ ਲਈ ਲੜ ਰਹੇ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਆਸ ਸੀ ਕਿ ਕਿਤੇ ਨਾ ਕਿਤੇ ਸਾਡੇ ਬੋਲ ਕਬੋਲ ਹੋਣ ਦੇ ਨਾਲ ਕੋਈ ਮਸਲਾ ਜਿਹੜਾ ਉਹ ਰੇੜਕਾ ਨਾ ਬਣ ਜਾਵੇ। ਸਰਦਾਰ ਜੀ, ਇੱਥੇ ਵੀ ਦੋ ਚੀਜ਼ਾਂ ਨੇ। ਇੱਕ ਤਾਂ ਇਹ ਹੈ ਕਿ ਪਹਿਲੀ ਗੱਲ, ਜਿਹੜੀਆਂ ਵੀ ਧਿਰਾਂ ਉਸ ਅੰਦੋਲਨ ਦਾ ਹਿੱਸਾ ਬਣੀਆਂ ਜੀ, ਉਹਨਾਂ ਦੀ ਵਿਚਾਰਧਾਰਾ ਕੋਈ ਵੀ ਸੀ, ਬਿਲਕੁਲ ਜੇ ਉਹ ਕਿਸਾਨ ਹੋਣ ਦੀ ਹੈਸੀਅਤ 'ਚ ਬਣੀਆਂ ਜੀ, ਤੇ ਉਹਨਾਂ ਦਾ ਖੈਰ ਮਕਦਮ ਕਰਨਾ ਚਾਹੀਦਾ। ਸਹੀ ਗੱਲ ਹੈ। ਤੁਸੀਂ ਟਰਾਲੀ ਟਾਈਮਸ ਨੂੰ ਇਹ ਕਹਿੰਦੇ ਹੋ ਕਿ ਸਾਡਾ ਬੁਲਾਰਾ ਨਹੀਂ, ਹਾਂ, ਇਹਨੂੰ ਕਹਿਣ ਦੀ ਲੋੜ ਨਹੀਂ ਸੀ। ਕਹਿਣ ਦੀ ਲੋੜ ਹੀ ਨਹੀਂ ਸੀ। ਸਿਰਫ ਇਹ ਕਹਿ ਸਕਦੇ ਸੀ ਕਿ ਪੰਜਾਬ ਏਕਤਾ ਜੋ ਵੀ ਕਿਸਾਨ ਮੋਰਚਾ, ਕਿਸਾਨ ਏਕਤਾ ਮੋਰਚਾ, ਕਿਸਾਨ ਏਕਤਾ ਮੋਰਚਾ ਸਾਡਾ ਡਿਜੀਟਲ ਤੇ ਅਧਿਕਾਰਤ ਪਲੇਟਫਾਰਮ ਆ। ਬਿਲਕੁਲ। ਇਸ ਤੋਂ ਇਲਾਵਾ ਬਾਕੀ ਜਿੰਨੇ ਵੀ ਆ ਉਹ ਨਿੱਜੀ ਹੈਸੀਅਤ 'ਚ ਨੇ। ਤੁਸੀਂ ਇਹ ਲਫ਼ਜ਼ ਵਰਤਦੇ ਹੀ ਨਾ, ਜਾਂ ਸਿਰਫ ਆਪਣਾ ਹੀ ਕਹਿ ਲੈਂਦੇ। ਤੁਸੀਂ ਕਹਿੰਦੇ ਜੀ ਕਿ ਸਾਡਾ ਜਿਹੜਾ ਅਧਿਕਾਰਤ ਆ ਉਹ ਕਿਸਾਨ ਏਕਤਾ ਮੋਰਚਾ ਆ, ਬਾਕੀ ਜਿੰਨੇ ਵੀ ਲੋਕ ਸੇਵਾ ਕਰ ਰਹੇ ਨੇ, ਹਾਂ, ਉਹਨਾਂ ਦਾ ਧੰਨਵਾਦ, ਉਹਨਾਂ ਦਾ ਧੰਨਵਾਦ ਹੈ, ਉਹਨਾਂ ਦੀ ਜਿਹੜੀ ਇੱਥੇ ਸ਼ਮੂਲੀਅਤ ਆ ਅਸੀਂ ਉਹਨੂੰ ਜੀ ਆਇਆਂ ਕਹਿੰਦੇ ਆ। ਦੂਜੀ ਗੱਲ ਸਰਦਾਰ ਜੀ, ਸਭ ਤੋਂ ਅਹਿਮ ਸਵਾਲ ਸੀਗਾ ਕਿ ਕੀ ਜਦੋਂ ਤੁਸੀਂ ਕਿਸੇ ਵੀ ਅੰਦੋਲਨ ਜਾਂ ਕਿਸੇ ਵੀ ਪਾਰਟੀ ਦੀ ਅਗਵਾਈ ਕਰ ਰਹੇ ਹੋ ਜੀ, ਤੇ ਉਸ ਵੇਲੇ ਸੰਘਰਸ਼ ਵਿੱਚ ਜਿਹੜਾ ਵੀ ਕੋਈ ਬਾਹਰੋਂ ਆ ਰਿਹਾ, ਬਿਲਕੁਲ ਉਹਨੂੰ ਤੁਸੀਂ ਵਿੱਥ ਤੋਂ ਗਾਲਾਂ ਨਹੀਂ ਕੱਢ ਸਕਦੇ ਸੱਭਿਅਕ ਸ਼ਬਦਾਂ 'ਚ ਨਾ। ਸਵਾਲ ਇਹ ਆ ਕਿ ਜੇ ਪੋਲੀਟੀਸ਼ੀਅਨਸ ਨੂੰ ਕਿਸੇ ਨੇ ਆਵਾਜ਼ ਮਾਰੀ ਆ, ਤੁਸੀਂ ਆਪਣਾ ਮੰਚ ਨਾ ਦੇਣ ਦਾ ਫੈਸਲਾ ਕੀਤਾ, ਤੁਹਾਡੇ ਤੋਂ ਮੰਗਿਆ ਵੀ ਕਿਸੇ ਨੇ, ਬਿਲਕੁਲ। ਲੇਕਿਨ ਤੁਸੀਂ ਇਸ ਗੱਲ ਤੋਂ ਡਰ ਕਿਉਂ ਰਹੇ ਹੋ ਕਿ ਜੇ ਕੋਈ ਸਿਆਸੀ ਧਿਰ ਇਸ ਅੰਦੋਲਨ ਦੇ ਸਮਾਨਾਂਤਰ ਜਾ ਕੇ ਬੀਜੇਪੀ ਦੀ ਮੌਜੂਦਾ ਸਰਕਾਰ ਦੇ ਖਿਲਾਫ ਤੁਰੂਗੀ ਥੋੜਾ ਜਿਹਾ ਤੇ ਤੁਹਾਡੀ ਇੱਜ਼ਤ ਵਧੂਗੀ ਘਟੂਗੀ ਥੋੜੀ। ਤੁਸੀਂ ਹਰ ਜਗ੍ਹਾ ਇਹ ਕਹੋ ਕਿ ਸਾਡਾ ਕਿਸੇ ਸਿਆਸੀ ਧਿਰ ਨਾਲ ਲੈਣ ਦੇਣ ਨਹੀਂ, ਲੇਕਿਨ ਜੇ ਕੋਈ ਸਮਾਨਾਂਤਰ ਮੂਵਮੈਂਟ ਚੱਲਦੀ ਹੈ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਲਈ, ਤੁਹਾਡਾ ਨੁਕਸਾਨ ਕੀ ਹੈ? ਚੜੂਨੀ ਸਾਹਿਬ ਨੇ ਇਹ ਬਿਆਨ ਵੀ ਇਹੋ ਹੀ ਦਿੱਤਾ ਕਿ ਕਿੱਦਾਂ ਜਿਹੜੇ ਇਸ ਵੇਲੇ ਸਰਕਾਰ ਹੈ ਉਹ ਤਾਨਾਸ਼ਾਹ ਆ, ਉਹਦੇ ਤੇ ਦਬਾਅ ਲਈ ਸਿਆਸੀ ਦਲਾਂ ਦਾ ਏਕਾ ਹੋਣਾ ਵੀ ਜ਼ਰੂਰੀ ਹੈ ਜੀ। ਔਰ ਦੂਸਰੀ ਗੱਲ, ਜਿੱਥੋਂ ਤੱਕ ਜਿਹੜੇ ਲੋਕ ਕੱਲ ਉਸ ਮੀਟਿੰਗ ਸ਼ਾਮਲ ਦੱਸੇ ਗਏ ਨੇ ਜਿੱਥੇ ਗੁਰਨਾਮ ਸਿੰਘ ਚੜੂਨੀ ਗਏ ਨੇ, ਉਹਨਾਂ 'ਚ ਪਰਮਿੰਦਰ ਢੀਂਡਸਾ ਨੇ, ਉਹ ਤੇ ਇੱਥੇ ਮੰਚ ਤੇ ਬੋਲੇ ਨੇ, ਸੇਵਾ ਸਿੰਘ ਸੇਖਵਾਂ ਨੇ ਇੱਥੇ ਮੰਚ ਤੇ ਬੋਲ ਕੇ ਨੇ, ਕਿ ਸੁਖਪਾਲ ਖਹਿਰਾ ਬੋਲ ਕੇ ਗਏ ਨੇ, ਡਾਕਟਰ ਧਰਮਵੀਰ ਗਾਂਧੀ ਬੋਲ ਕੇ ਗਏ ਨੇ। ਔਰ ਦੂਸਰੇ ਪਾਸੇ ਜਿਹੜੇ ਕਾਂਗਰਸ ਦੇ ਆਪਣੇ ਮੈਂਬਰ ਪਾਰਲੀਮੈਂਟ ਨੇ ਜਾਂ ਕੁਝ ਵਿਧਾਇਕ ਨੇ, ਉੱਥੇ ਦਿੱਲੀ ਜੰਤਰ ਮੰਤਰ ਤੇ ਬੈਠੇ ਹੋਏ ਨੇ। ਔਰ ਇਸੇ ਤਰ੍ਹਾਂ ਜਿਹੜੇ ਬਾਕੀ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾਂ ਬਲਾਕ ਹੈੱਡਕੁਆਟਰਾਂ ਤੇ ਜਿਹੜੇ ਧਰਨੇ ਹੋ ਰਹੇ ਨੇ, ਉਹ ਸਾਰੇ ਹੀ ਕਿਸਾਨ ਨਹੀਂ ਹੈ, ਉਹ ਕਾਰੋਬਾਰੀ ਵੀ ਨੇ, ਉਹ ਸਮਾਜ ਸੇਵੀ ਵੀ ਨੇ। ਔਰ ਜਦੋਂ ਵੀ ਕਿਤੇ ਲੋੜ ਪੈਂਦੀ ਆ, ਸਾਰੇ ਇੱਕ ਦੂਜੇ ਦੀ ਬਾਂਹ ਬਣ ਕੇ ਅੱਗੇ ਵਧ ਰਹੇ ਨੇ। ਤੇ ਜੇ ਉੱਥੇ ਕਿਤੇ ਕੋਈ ਚਲੇ ਗਿਆ, ਤੁਹਾਨੂੰ ਸ਼ੱਕ ਪੈ ਗਈ ਆ ਕਿ ਕੋਈ ਗੱਲ ਵੱਖਰੀ ਹੋ ਗਈ, ਜੱਗੋਂ ਤੇਰਵੀਂ ਹੋ ਗਈ ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਤੇ ਫਿਰ ਕਿੱਡੀ ਕੁ ਦੂਰੀ ਸੀ? ਇੱਕ ਛੱਤ ਥੱਲੇ ਤੁਸੀਂ ਸ਼ਾਮ ਨੂੰ ਇਕੱਠੇ ਹੋ ਜਾਂਦੇ। ਮੈਂ ਕਿਹਾ ਆਪ ਚਲੇ ਜਾਂਦੇ, ਪੁੱਛ ਲੈਂਦੇ। ਤੁਹਾਨੂੰ ਜੇ ਇੰਨਾ ਹੀ ਅੰਦਾਜ਼ਾ ਨਹੀਂ ਕਿ ਤੁਹਾਡੀ ਆਪਸੀ ਮਤਭੇਦਾਂ ਨੇ ਜਿੱਦਾਂ ਕਿਦਾਂ ਅੱਗ ਦਾ ਰੂਪ ਲੈਣਾ, ਭਾਂਬੜ ਬਣਨੇ। ਬਿਲਕੁਲ ਸਰਦਾਰ ਜੀ, ਇਸ ਤੋਂ ਵੀ ਅਗਲਾ ਸਵਾਲ ਹੈ, ਕਦੇ ਕਿਸਾਨ ਜਥੇਬੰਦੀਆਂ ਨੂੰ ਕਿਸੇ ਜ਼ਿੰਮੇਵਾਰ ਬੰਦੇ ਨੇ, ਵਿਅਕਤੀ ਨੇ ਕਦੇ ਪੁੱਛਿਆ
ਕਿ ਤੁਸੀਂ ਕਿਸ ਵਿਚਾਰਧਾਰਾ ਤੋਂ ਆਉਂਦੇ ਹੋ। ਜੀ ਤੁਸੀਂ ਕਮਿਊਨਿਸਟ ਵਿਚਾਰਧਾਰਾ ਦੇ ਹੋ, ਜੀ ਜੀ ਤੁਸੀਂ ਗਰਮ ਖਿਆਲੀਆਂ ਨਾਲ ਹੋ, ਜੀ ਤੁਸੀਂ ਮੋਡਰੇਟ ਹੋ, ਬਿਲਕੁਲ। ਤੁਸੀਂ ਕਾਲੀ ਹੋ ਜਾਂ ਕਾਂਗਰਸੀ ਹੋ, ਜੀ, ਤੁਸੀਂ ਜੀ, ਪਿੱਛੇ ਜੀ। ਕਿਹਦੀ ਮਦਦ ਕੀਤੀ, ਜੀ। ਐਸੋਸੀਏਸ਼ਨ ਤੁਹਾਡੀ ਕਿਸੇ ਨੇ ਨਹੀਂ ਪੁੱਛਿਆ। ਕਿਸੇ ਨੇ ਨਹੀਂ ਪੁੱਛਿਆ। ਜਿੰਨੇ ਵੀ ਤੁਸੀਂ ਗਿਣਤੀ ਚੋਂ ਹਰੇਕ ਦਾ ਕੋਈ ਧੜਾ ਕੋਈ ਨਾ ਕੋਈ ਵਿਚਾਰਧਾਰਾ ਤੇ ਹੋਊ। ਜੀ ਜੇ ਨਹੀਂ ਪੁੱਛਿਆ ਤੇ ਇਸ ਕਰਕੇ ਨਹੀਂ ਪੁੱਛਿਆ ਕਿ ਤੁਸੀਂ ਇੱਕ ਸਾਂਝੀ ਲੜਾਈ ਲੜ ਰਹੇ ਹੋ। ਬਿਲਕੁਲ ਤੁਹਾਡਾ ਵਿਅਕਤੀਗਤ ਆਪਣਾ ਨਜ਼ਰੀਆ ਤੇ ਅਪਰੋਚ ਅਲੱਗ ਚੀਜ਼ ਹੈ। ਜੀ ਸਮੂਹਿਕ ਤੌਰ ਤੇ ਤੁਸੀਂ ਕਿਸਾਨਾਂ ਦੇ ਹਿੱਤਾਂ ਦੀ ਲੜ ਰਹੇ ਹੋ। ਉਹ ਭਾਵੇਂ ਕੋਈ ਗਰੀਬ ਗੁਰਬਾ ਹੈ, ਭਾਵੇਂ ਕੋਈ ਕਰੋੜਪਤੀ ਹੈ, ਭਾਵੇਂ ਕੋਈ ਕਾਲੀ ਕਾਂਗਰਸੀ ਕਾਮਰੇਡ ਜਾਂ ਕੋਈ ਵੀ ਜੀ। ਹੈ, ਬੇਸਿਕ ਤੌਰ ਤੇ ਉਹ ਕਿਸੇ ਕਿਸਾਨ ਪਰਿਵਾਰ 'ਚ ਜੰਮਿਆ ਤੇ ਕਿਸਾਨ ਹੈ। ਜੀ ਜੇ ਉਹ ਇਸ ਲੜਾਈ ਦਾ ਹਿੱਸਾ ਹੈ ਤੇ ਇਹਦੇ 'ਚ ਵਿਰੋਧ ਕਰਨਾ ਨਹੀਂ ਬਣਦਾ। ਜਦੋਂ ਕੋਈ ਸੰਗਠਿਤ ਤੌਰ ਤੇ ਸਿਆਸੀ ਪਾਰਟੀ ਤੁਹਾਡੇ ਮੰਚ ਤੋਂ ਆ ਕੇ, ਤੁਹਾਡੀ ਸਟੇਜ ਤੋਂ ਆ ਕੇ ਸਮਾਂ ਮੰਗੇ, ਜੀ। ਤੁਸੀਂ ਇਹ ਫੈਸਲਾ ਕੀਤਾ ਕਿ ਤੁਸੀਂ ਨਹੀਂ ਦੇਣਾ, ਨਹੀਂ ਤੁਹਾਨੂੰ ਦੇਣਾ, ਨਹੀਂ ਦੇਣਾ, ਕੋਈ ਨਹੀਂ ਆਇਆ। ਲੇਕਿਨ ਜੇਕਰ ਕੋਈ ਸਮਰਥਨ ਲਈ ਜੀ ਕੋਈ ਕਾਮਨ ਧਿਰ ਕੰਮ ਕਰ ਰਹੀ ਹੈ, ਜੀ ਉਹਦੇ ਖਿਲਾਫ ਹੋਣਾ ਇੱਕ ਤਰ੍ਹਾਂ ਨਾਲ ਚੜੂਨੀ ਨੂੰ ਉੱਥੇ ਜਾਣ ਤੇ ਇਹ ਜੇ ਸਜ਼ਾ ਲੱਗਦੀ ਆ ਕਿਸੇ ਜੀ, ਤਰ੍ਹਾਂ ਦੀ, ਜੀ, ਜੀ। ਤੇ ਲੋਕ ਸ਼ੱਕ ਕਰਨਗੇ ਕਿ ਬਿਲਕੁਲ। ਤੁਸੀਂ ਸੰਕੀਰਨ ਕਿਉਂ ਹੋ ਰਹੇ ਹੋ, ਹਾਂ। ਸੀਮਤ ਕਿਉਂ ਹੋ ਰਹੇ ਹੋ। ਬਿਲਕੁਲ ਤੁਸੀਂ ਇਹ ਨਹੀਂ ਦਿਖਾਉਣਾ ਚਾਹੁੰਦੇ ਸਰਕਾਰ ਨੂੰ ਕਿ ਫਲਾਣਾ ਸਾਡੇ ਨਾਲ, ਜੀ। ਜਦੋਂ ਤੁਹਾਡੀ ਸਰਕਾਰ ਨਾਲ ਪੂਰੀ ਤਰ੍ਹਾਂ ਪੰਗੇਬਾਜ਼ੀ ਹੈ, ਜੀ ਸਰਕਾਰ ਦਾ ਵਿਰੋਧੀ ਕੋਈ ਵੀ ਆਵੇ, ਜੀ ਤੁਸੀਂ ਉਹਨੂੰ ਆਪਣੇ ਮੰਚ ਦੇ ਬਿਲਕੁਲ। ਲਾਗੇ ਨਾ ਫਟਕਣ ਬਿਲਕੁਲ। ਦਿਓ, ਸਮਰਥਨ ਤੇ ਲੈ ਲਓ। ਔਰ ਤੁਹਾਡੇ ਸਾਹਮਣੇ ਆ ਕਿ ਸਰਕਾਰ ਕਈ ਕਿਸਾਨ ਜਥੇਬੰਦੀਆਂ ਖੜੀਆਂ ਕਰਕੇ ਬੈਠੀ ਹੋਈ ਆ। ਜੀ। ਉਹ ਕਹਿ ਰਹੀ ਹੈ ਸਾਡੀ ਉਹ ਵੀ ਸਾਡੀਆਂ ਨੇ। ਜੀ। ਤੇ ਫਿਰ ਤੁਸੀਂ ਜਿਹੜੇ ਘੱਟੋ ਘੱਟ ਪੰਜਾਬ ਦੇ ਲੋਕ ਨੇ, ਆਖਰਕਾਰ ਜਿਹੜੇ ਵਿਧਾਇਕ ਨੇ, ਚਾਹੇ ਉਹ ਪੰਜਾਬ ਦੇ ਨੇ, ਚਾਹੇ ਹਰਿਆਣਾ ਦੇ ਨੇ, ਚਾਹੇ ਦੂਸਰੇ ਨੇ, ਜਿਹੜੇ ਉੱਥੇ ਬੈਠ ਕੇ ਜਾਂ ਜਿਹੜੀਆਂ ਦੂਜੀਆਂ ਹੁਣ ਵਿਧਾਇਕ ਤੇ ਐਮਪੀ ਜਿਹੜੇ ਐਮਐਲਏ ਜਿਹੜੇ ਦੂਸਰੀਆਂ ਸਟੇਟਾਂ ਤੋਂ ਆ ਰਹੇ ਨੇ, ਭਾਵੇਂ ਕਿਸੇ ਵੀ ਸਿਆਸੀ ਧਿਰ ਨਾਲ ਜੁੜੇ ਹੋਣ, ਜੇ ਉਹ ਵਾਕਿਆ ਹੀ ਸੁਹਿਰਦ ਹੋ ਕੇ ਕਿਸਾਨੀ ਮੁੱਦਿਆਂ ਦੇ ਉੱਤੇ ਕੇਂਦਰ ਦੇ ਉੱਤੇ ਦਬਾਅ ਬਣਾਉਂਦੇ ਨੇ, ਕਿਉਂਕਿ ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਇਹੀ ਦੇਖਿਆ ਜਾਂਦਾ, ਗੀਟੀਆਂ ਫਿੱਟ ਕੀਤੀਆਂ ਨੇ ਕਿੱਧਰ ਜ਼ਿਆਦਾ ਦਬਾਅ ਹੋ ਗਿਆ, ਕਿੱਧਰ ਜ਼ਿਆਦਾ ਝੁਕਾ ਹੋ ਗਿਆ, ਤੇ ਫਿਰ ਤੁਸੀਂ ਕੋਈ ਡਰ ਨਹੀਂ, ਉਹ ਤੁਹਾਡਾ ਨਾਂ ਨਾ ਲੈਣ, ਤੁਸੀਂ ਉਹਨਾਂ ਦਾ ਨਾਂ ਨਾ ਲਓ। ਪਰ ਫਿਰ ਵੀ ਕੁੱਲ ਮਿਲਾ ਕੇ ਇੰਨੀ ਜ਼ਿੰਮੇਵਾਰਾਨਾ ਜਗ੍ਹਾ ਤੇ ਬਹਿ ਕੇ ਜੀ ਰਾਜੇਵਾਲ ਤੇ ਉਹਨਾਂ ਦੇ ਸਾਥੀਆਂ ਨੂੰ ਜੀ ਇੰਨੀ ਕਾਹਲ ਨਹੀਂ ਕਰਨੀ ਚਾਹੀਦੀ। ਨਾ ਜੇ ਮੰਨ ਲਓ ਤੁਸੀਂ ਚੜੂਨੀ ਨੂੰ ਮਿਲੇ ਨਹੀਂ, ਟੈਲੀਫੋਨਿਕਲੀ ਗੱਲ ਹੋ ਸਕਦੀ। ਬਿਲਕੁਲ। ਔਰ ਦੂਸਰੀ ਗੱਲ ਇਹ ਜੇ ਉਹਨਾਂ ਨੇ ਜੋ ਮੀਡੀਆ 'ਚ ਸਫਾਈ ਦਿੱਤੀ, ਹਾਂ। ਜੇ ਤੁਸੀਂ ਉਹਦੇ ਇੱਕ ਇੱਕ ਪੁਆਇੰਟ ਨੂੰ ਦੇਖੋਗੇ ਤਾਂ ਤੁਹਾਨੂੰ ਇੰਜ ਲੱਗਦਾ ਹੈ ਜੀ। ਕਿ ਉਹ ਬੰਦਾ ਸਾਫ਼ ਹੈ। ਪਹਿਲੇ ਦਿਨ ਅੰਬਾਲਾ ਬਾਰਡਰ ਨੂੰ ਕ੍ਰਾਸ ਕਰਕੇ ਜੀ। ਜਿਹੜਾ ਅੰਬਾਲੇ 'ਚ ਬਿਲਕੁਲ ਸਹੀ ਗੱਲ। ਬੈਰੀਕੇਡ ਸੀ, ਜੀ। ਉਹਨਾਂ ਨੂੰ ਤੋੜ ਕੇ ਰਾਹ ਤੁਹਾਨੂੰ ਉਹਨਾਂ ਨੇ ਦਿਖਾਇਆ। ਹਾਂ। ਉਸ ਤੋਂ ਬਾਅਦ ਉਹ ਵਿਅਕਤੀ ਇਸ ਮੋਰਚੇ ਦੀ ਰੂਹ ਹੈ ਰਮਾ ਰਿਹਾ। ਜੀ। ਜਦੋਂ ਉਹ ਬੋਲਦਾ ਉਹਦੇ ਦਿਲ ਦੇ ਵਿੱਚ ਕੁਝ ਐਸਾ ਰੰਗ ਨਹੀਂ ਦਿਸਿਆ ਵੀ ਸਿਆਸਤ ਵਾਲਾ ਹੋਵੇ। ਜੀ। ਉਹ ਸਾਫ਼ ਜੀ ਗੱਲ ਕਰ ਰਿਹਾ। ਔਰ ਦੂਸਰੀ ਗੱਲ- ਔਰ ਇੱਕ ਹੋਰ ਗੱਲ ਸਰਦਾਰ ਸਾਹਿਬ, ਜੀ। ਮੈਂ ਨਾ ਤਾਂ ਚੜੂਨੀ ਸਾਹਿਬ ਨਾਲ ਮੇਰਾ ਕੋਈ ਵਾਹ ਹੈ ਨਾ ਜੀ। ਤੁਹਾਡਾ ਹੈ, ਅਸੀਂ ਨਿੱਜੀ ਤੌਰ ਤੇ ਉਹਨਾਂ ਨਾਲ ਬਿਲਕੁਲ ਜੁੜੇ ਨਹੀਂ, ਨਾ ਅਸੀਂ ਉਹਨਾਂ ਨਾਲ ਕਦੇ ਗੱਲ ਕੀਤੀ ਹੈ, ਲੇਕਿਨ ਲੋਕਾਂ ਦਾ ਜਿੰਨਾ ਪਿਆਰ ਇਸ ਵੇਲੇ ਗੁਰਨਾਮ ਸਿੰਘ ਨਾਲ ਜਾ ਰਿਹਾ, ਜੀ ਉਸ ਮਾਮਲੇ 'ਚ ਬਾਕੀ ਧਿਰਾਂ ਫਾਡੀ ਹੋ ਗਈ। ਬਿਲਕੁਲ। ਦੇਖੋ ਸਾਰੀ ਹਮਦਰਦੀ, ਜੀ ਸਾਰੇ ਦਾ ਕਿਤੇ ਸ਼ੱਕ ਕੇ ਪੈਦਾ ਹੁੰਦਾ, ਡਰੇ ਪੈਦਾ ਹੁੰਦਾ ਕਿ ਕਿਤੇ ਦੋ ਮੋਰਚੇ ਨਾ ਲੱਗ ਜਾਣ। ਹਾਂ। ਜੇ ਕਿਤੇ ਇੱਕ ਵੀ ਜਗ੍ਹਾ ਬਲਬੀਰ ਸਿੰਘ ਨੇ ਸਾਰੀ ਉਮਰ, ਸਰਦਾਰ ਬਲਬੀਰ ਸਿੰਘ ਰਾਜੇਵਾਲ ਨੇ ਸਾਰੀ ਉਮਰ ਸਿਆਸਤ ਕੀਤੀ ਹੈ, ਜੀ ਤੇ ਐਰਕਾਂ ਜੇ ਗਲਤੀ ਕਰਨਗੇ, ਜੀ ਹੋ ਸਕਦਾ ਕਿ ਇਹੀ ਜਗ੍ਹਾ ਤੇ ਇੱਕ ਹੋਰ ਸਟੇਜ ਨਾ ਲੱਗ ਜੇ, ਬਿਲਕੁਲ। ਤੇ ਉਸ ਸਟੇਜ ਦੇ ਨਾਲ ਫਿਰ ਇੱਥੋਂ ਵੀ ਵੱਡਾ ਸਲਾਬ ਪੈਦਾ ਹੋ ਜੇ, ਕੋਈ ਵੱਡੀ ਗੱਲ ਨਹੀਂ। ਅੱਜ ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਇੱਕ ਫੈਸਲਾ ਆ, ਅਸੀਂ ਤਾਂ ਉਹਨੂੰ ਫੈਸਲੇ ਕਵਾਂਗੇ, ਜੀ। ਕਿਉਂਕਿ ਜਦੋਂ ਬਾਰ-ਬਾਰ ਕਿਹਾ ਜਾ ਰਿਹਾ, ਮੰਗ ਕੀਤੀ ਜਾ ਰਹੀ ਹੈ, ਦਿੱਲੀ ਪੁਲਿਸ ਕਹਿ ਰਹੀ ਹੈ ਕਿ ਜਿਹੜੇ ਟਰੈਕਟਰ ਆਉਣ ਦੇ ਨਾਲ ਅਮਨ ਸ਼ਾਂਤੀ ਨੂੰ ਖਤਰਾ ਹੋਏਗਾ, ਔਰ ਕਿਸਾਨ ਜਥੇਬੰਦੀਆਂ ਦ੍ਰਿੜ ਨੇ ਕਿ ਅਸੀਂ ਜਾਣਾ ਆ ਜੀ ਰੋਡ ਮਾਰਚ ਕਰਨਾ ਉਸ ਦਿਨ। ਔਰ ਉਸ ਵੇਲੇ ਜਦੋਂ ਮਾਨਯੋਗ ਅਦਾਲਤ ਇਹ ਕਹਿ ਦਿੰਦੀ ਹੈ ਕਿ ਇਹ ਫੈਸਲਾ ਦਿੱਲੀ ਪੁਲਿਸ ਕਰੇ ਕਿ ਕਿਸ ਨੂੰ ਇਜਾਜ਼ਤ ਦੇਣੀ, ਕਿਸ ਨੂੰ ਨਹੀਂ ਦੇਣੀ, ਔਰ ਉਸ ਫੈਸਲੇ ਨੂੰ ਕੋਈ ਮਾਮੂਲੀ ਫੈਸਲੇ ਵਜੋਂ ਜਾਂ ਮਾਮੂਲੀ ਟਿੱਪਣੀ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਬਿਲਕੁਲ। ਉਹ ਇੱਕ ਬਹੁਤ ਆ। ਆਖਰ ਸਾਹਮਣੇ ਕੀ ਆਏਗਾ ਕਿ ਜਦੋਂ ਇੱਕ ਤਕਰਾਰ ਹੈ ਕਿ ਤੁਸੀਂ ਕਹੋਗੇ ਅਸੀਂ ਜਾਣਾ ਆ, ਉਹ ਕਹਿਣਗੇ ਅਸੀਂ ਜਾਣ ਨਹੀਂ ਦੇਣਾ, ਔਰ ਤੁਹਾਡੇ ਆਪਣੇ ਘਰ ਦੇ ਵਿੱਚ ਇੱਕ ਨਵਾਂ ਕਾਟੋ ਕਲੇਸ਼ ਜਿਹੜਾ ਪੈਦਾ ਹੋ ਗਿਆ। ਜੀ। ਰੌਲਾ ਤਾਂ ਇੱਥੋਂ ਸੀ, ਰੋਕਿਆ ਨੇ ਤੇ ਹਰਿਆਣਾ ਸਰਕਾਰ ਨੇ ਵੀ ਸੀ। ਉਸ ਵੇਲੇ ਤੁਸੀਂ ਕਿਸੇ ਕਾਨੂੰਨ ਨੂੰ ਨਹੀਂ ਮੰਨਿਆ, ਉਲਟਾ ਜਿਹੜੀ ਸੜਕਾਂ ਪੁੱਟੀਆਂ ਗਈਆਂ ਜਾਂ ਜਿੱਦਾਂ ਬੈਰੀਕੇਡਿੰਗ ਕੀਤੀ ਕਿ ਉਹਦੇ ਲਈ ਹਰਿਆਣਾ ਦੀ ਸਰਕਾਰ ਜਿਹੜੀ ਉਹ ਕਟਹਿਰੇ 'ਚ ਆਈ। ਉਹਦੇ ਤੋਂ ਬਾਅਦ ਜਦੋਂ ਤੁਸੀਂ ਮੰਚ ਤੋਂ ਕਹਿ ਰਹੇ ਹੋ ਕਿ ਅਸੀਂ ਇਹ ਕਹਿੰਦੇ ਕਿ ਜਿੰਨੇ ਵੀ ਇਸ ਪਾਰਟੀ ਦੇ ਨਾਲ ਜੁੜੇ ਲੋਕ ਨੇ ਸੱਤਾਧਾਰੀ ਕੇਂਦਰ 'ਚ, ਉਹਨਾਂ ਨੂੰ ਬੋਲਣ ਨਾ ਦਿਓ, ਉਹਨਾਂ ਦਾ ਘਿਰਾਓ ਕਰੋ,
ਇਹੋ ਹੀ ਕਹਿੰਦੇ ਨਾ, ਦਬਾਅ ਨਹੀਂ ਕਹਿੰਦੇ ਨਾ, ਤੇ ਸਭ ਕੁਝ ਹੋ ਰਿਹਾ। ਫਿਰ ਜੇ ਕਿਤੇ ਕੱਲ੍ਹ ਨੂੰ ਤੁਸੀਂ ਉਹਨਾਂ ਦੇ ਨਾਲ ਨਹੀਂ ਖਲੋਤੇ, ਤੁਹਾਨੂੰ ਯਾਦ ਹੈ ਜਦੋਂ ਹਰਿਆਣੇ ਦੇ ਮੈਂ ਵਿੱਚ ਸਰਦਾਰ ਜੀ ਇੱਥੇ ਇੱਕ ਗੱਲ ਸ਼ਾਮਲ ਕਰਦੇ ਹਾਂ। ਜਦੋਂ ਪਹਿਲੀ ਵਾਰੀ ਅੰਬਾਲੇ ਦੇ ਬੈਰੀਕੇਡ ਚੱਕ ਕੇ ਬਾਹਰ ਮਾਰੇ, ਜੀ, ਉਦੋਂ ਗੁਰਨਾਮ ਸਿੰਘ ਚੜੂਨੀ ਸਭ ਤੋਂ ਮੋਹਰੇ ਸਨ। ਠੀਕ ਹੈ। ਦੂਜੇ ਬੰਨੇ ਜਦੋਂ ਹਰਿਆਣੇ ਦੇ ਵਿੱਚ ਬੀਜੇਪੀ ਦਾ ਨੱਕਚਦਮ ਹੋਇਆ, ਮੁੱਖ ਮੰਤਰੀ ਨੂੰ ਬੋਲਣ ਨਹੀਂ ਦਿੱਤਾ, ਸਟੇਜ ਤੱਕ ਪੁੱਟਤੀ ਗਈ, ਹੈਲੀਪੈਡ ਵਾਲੀ ਜਗ੍ਹਾ ਪੁੱਟਤੀ ਗਈ, ਜੀ, ਉਸ ਵੇਲੇ ਵੀ ਗੁਰਨਾਮ ਸਿੰਘ ਚੜੂਨੀ ਸੀ। ਉਸ ਵੇਲੇ ਮੁੱਖ ਮੰਤਰੀ ਜਿਹੜੇ ਮਨੋਹਰ ਲਾਲ ਖੱਟਰ ਨੇ ਉਹਨਾਂ ਬਿਆਨ ਦਿੱਤਾ ਕਿ ਇਹ ਜਿਹੜੇ ਲੋਕ ਆਏ ਨੇ ਇਹਨਾਂ ਦੇ ਮਗਰ ਜੀ ਗੁਰਨਾਮ ਸਿੰਘ ਚੜੂਨੀ ਨੇ। ਗੁਰਨਾਮ ਸਿੰਘ ਚੜੂਨੀ ਇੱਕ ਕਦਮ ਅੱਗੇ ਜਾਂਦੇ ਨੇ, ਕਹਿੰਦੇ ਕਿ ਨਹੀਂ, ਮੈਂ ਇਹਨਾਂ ਦੇ ਮਗਰ ਨਹੀਂ, ਮੈਂ ਇਹਨਾਂ ਦੇ ਅੱਗੇ ਆ। ਇੱਕ ਅਗਲੀ ਗੱਲ, ਗੁਰਨਾਮ ਸਿੰਘ ਚੜੂਨੀ ਹੀ ਐਸਾ ਵਿਅਕਤੀ ਹੈ ਜਿਸ ਵਿਅਕਤੀ ਨੇ ਸਭ ਤੋਂ ਅਹਿਮ ਹਰੇਕ ਸੱਤਾਧਾਰੀ ਧਿਰ ਲਈ ਹੁੰਦਾ ਹੈ ਕਿ ਉਹਦੀ ਕੋਈ ਗਵਰਨਮੈਂਟ ਨਾ ਚਲੇ ਜਾਏ। ਜੀ, ਹਰਿਆਣੇ ਦੀ ਸਰਕਾਰ ਨੂੰ ਵਕਤ ਨੂੰ ਫੜਿਆ। ਜੀ, ਹਰਿਆਣੇ ਦੀ ਸਰਕਾਰ ਨੇ ਜਾਂ ਭਾਜਪਾ ਨੇ ਫੈਸਲਾ ਕੀਤਾ ਕਿ ਉਹ ਵੱਡੇ ਇਕੱਠ ਨਹੀਂ ਕਰੇਗੀ। ਦੇਖੋ, ਸਰਕਾਰ ਦਾ ਬੈਕਫੁੱਟ ਤੇ ਆਉਣਾ, ਸਰਕਾਰ ਦਾ ਦਬਾਅ ਚ ਆਉਣਾ, ਇਹੀ ਤਰੀਕੇ ਹੁੰਦੇ। ਬਿਲਕੁਲ। ਸਵਾਲ ਇਹ ਆ ਕਿ ਉਹ ਵਿਅਕਤੀ ਜਿਹੜਾ ਇਹ ਸਮਝਦਾ ਹੈ ਕਿ ਅਸੀਂ ਇੱਥੇ ਰੋਟੀਆਂ ਖਾਣ ਲਈ ਨਹੀਂ ਆਏ, ਅਸੀਂ ਅੰਦੋਲਨ ਕਰ ਰਹੇ ਹਾਂ। ਅੰਦੋਲਨ ਦੌਰਾਨ ਜੇ ਸਾਡੀ ਪਹਿਲੀ ਗੱਲ ਦਾ ਅਸਰ ਨਹੀਂ ਹੋ ਰਿਹਾ, ਅਗਲੀ ਗੱਲ ਉਸ ਤੋਂ ਤਿੱਖੀ ਹੋਵੇ। ਬਿਲਕੁਲ, ਇਹ ਉਹਦਾ ਵਿਅਕਤੀ ਦਾ ਵਿਊ ਪੁਆਇੰਟ ਹੈ। ਦੂਸਰੀ ਗੱਲ ਹੋਰ, ਜਦੋਂ ਤੁਸੀਂ ਬਾਰ-ਬਾਰ ਕਹਿ ਰਹੇ ਹੋ ਮੰਚ ਤੋਂ ਕਿ ਅਸੀਂ ਵਾਪਸ ਜਾਣ ਲਈ ਨਹੀਂ ਆਏ, ਅਸੀਂ ਜਿੱਤ ਕੇ ਜਾਵਾਂਗੇ, ਹਾਰ ਕੇ ਨਹੀਂ ਜੀ। ਅਸੀਂ ਆਪਣੇ ਉੱਤੇ ਕੋਈ ਕਲੰਕ ਨਹੀਂ ਜੇ ਲਵਾਉਣਾ, ਕੋਈ ਧੱਬਾ ਨਹੀਂ ਲਵਾਉਣਾ ਗਦਾਰੀ ਦਾ। ਤੇ ਫਿਰ ਜਦੋਂ ਤੁਸੀਂ ਆਪਣੇ ਹੀ ਜਿਹੜੇ ਲੋਕ ਕੰਮ ਕਰਦੇ ਨੇ ਜੀ, ਜਿਨ੍ਹਾਂ ਨੂੰ ਘੱਟੋ ਘੱਟ ਉਹ ਲੋਕ ਜਿਹੜੇ ਉੱਥੇ ਬੈਠੇ ਨੇ ਉਹ ਸੁਣਨਾ ਚਾਹੁੰਦੇ ਨੇ, ਉਹ ਉਹਨਾਂ ਦੀ ਕਾਰਜਸ਼ੈਲੀ ਨੂੰ ਇੱਕ ਵੱਖਰੀ ਨਿਗਾਹ ਨਾਲ ਵੇਖ ਰਹੇ ਨੇ ਜੀ, ਤੁਹਾਨੂੰ ਵੱਖਰਾ ਦੇਖ ਰਹੇ ਨੇ। ਪਿਛਲੀ 9 ਜਿਹੜੀਆਂ ਮੀਟਿੰਗਾਂ ਸਰਕਾਰ ਨਾਲ ਹੋਈਆਂ, ਉਹਨਾਂ ਦਾ ਨਤੀਜਾ, ਜੇ ਤੁਹਾਡੇ ਕੋਲੋਂ ਉਹਨਾਂ ਦਾ ਨਤੀਜਾ ਪੁੱਛਿਆ ਜਾਵੇ ਤੇ ਤੁਸੀਂ ਕੋਈ ਜਵਾਬ ਨਹੀਂ ਦੇ ਸਕੋਗੇ। ਤੁਸੀਂ ਹਰ ਵਾਰ ਮੀਟਿੰਗ ਕਰਕੇ ਆਉਂਦੇ ਹੋ, ਔਰ ਮੀਟਿੰਗ ਤੋਂ ਪਹਿਲਾਂ ਜਿਹੜੇ ਕੇਂਦਰੀ ਮੰਤਰੀ ਨੇ ਉਹ ਕਹਿੰਦੇ ਕਾਨੂੰਨ ਰੱਦ ਨਹੀਂ ਹੋਣਗੇ, ਉਹਦੇ ਬਾਵਜੂਦ ਤੁਸੀਂ ਗੱਲਬਾਤ ਟੇਬਲ ਤੇ ਜਾਂਦੇ ਉਹ ਬਣਦੀ। ਦੇਖੋ, ਗੱਲਬਾਤ ਸਰਦਾਰ ਸਾਹਿਬ ਹੋਣੀ ਚਾਹੀਦੀ ਹੈ, ਲੇਕਿਨ ਮੈਂ ਫਿਰ ਇੱਕ ਵਾਰੀ ਦੋਸਤਾਂ ਨਾਲ ਇਹ ਸਾਂਝ ਪਾ ਲਵਾਂ ਕਿ ਅਸੀਂ ਗੁਰਨਾਮ ਸਿੰਘ ਚੜੂਨੀ ਦੀ ਐਟੀਟਿਊਡ ਔਰ ਉਹਨਾਂ ਦੀ ਲਾਈਨ ਆਫ ਐਕਸ਼ਨ, ਉਹ ਅਸੀਂ ਉਹਦੇ ਤੇ ਬਿਲਕੁਲ ਨਿੱਜੀ ਤੌਰ ਤੇ ਟਿੱਪਣੀ ਨਹੀਂ ਕਰਦੇ। ਅਸੀਂ ਸਹਿਮਤ ਹੋਈਏ ਨਾ ਹੋਈਏ, ਲੇਕਿਨ ਅਸੀਂ ਮੁਲਾਂਕਣ 'ਚੋਂ ਚੀਜ਼ਾਂ ਲਿਆ ਰਹੇ ਸੀ। ਸਾਡਾ ਹਰਗਿਜ਼ ਇਹ ਮਤਲਬ ਨਹੀਂ, ਅਸੀਂ ਕਦੇ ਵੀ ਕਿਸੇ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦੇ। ਸ਼ਾਂਤਮਈ ਪ੍ਰਦਰਸ਼ਨ ਹੋਣੇ ਚਾਹੀਦੇ ਆ। ਸਭ ਤੋਂ ਜ਼ਿਆਦਾ ਸਟਰੈਂਥ, ਤਾਕਤ ਅੱਜ ਤੱਕ ਸ਼ਾਂਤਮਈ ਅੰਦੋਲਨਾਂ ਦੀ ਹੁੰਦੀ ਹੈ। ਲੇਕਿਨ ਜਿੰਨਾ ਚਿਰ ਤੁਸੀਂ ਅੰਦੋਲਨ ਨੂੰ ਇੱਕ ਰਸਤੇ ਤੇ ਨਹੀਂ ਚਲਾਉਂਦੇ, ਉਨੀ ਦੇਰ ਤੁਹਾਡਾ ਕਾਮਯਾਬੀ ਸ਼ੱਕੀ ਹੁੰਦੀ ਆ। ਜਦੋਂ ਤੁਸੀਂ ਸੰਯੁਕਤ ਮੋਰਚੇ ਦੇ ਬੈਨਰ ਥੱਲੇ ਹਰ ਰੋਜ਼ ਮੀਟਿੰਗ ਕਰ ਰਹੇ ਸੀ, ਤੁਹਾਨੂੰ ਲੱਗ ਰਿਹਾ ਸੀ ਕਿ ਗੁਰਨਾਮ ਸਿੰਘ ਚੜੂਨੀ ਜਾਂ ਉਹਨਾਂ ਦਾ ਜਿਹੜਾ ਤਰੀਕਾਕਾਰ ਹੈ ਉਹ ਠੀਕ ਨਹੀਂ, ਤੁਸੀਂ ਉਹਨਾਂ ਨੂੰ ਕਨਵਿੰਸ ਕਰਦੇ। ਸੋ ਸਵਾਲ ਇਹ ਹੈ ਕਿ ਅੰਦਰ ਬਹਿ ਕੇ ਜਦੋਂ ਅਸੀਂ ਗੱਲ ਨਹੀਂ ਮੁਕਾ ਪਾ ਰਹੇ, ਫਿਰ ਅਸੀਂ ਏਡੀ ਵੱਡੀ ਪਾਵਰਫੁਲ ਸਰਕਾਰ ਨਾਲ ਗੱਲਬਾਤ ਦੌਰਾਨ ਉੱਥੇ ਕਿਵੇਂ ਕਾਮਯਾਬ ਹੋਵਾਂਗੇ, ਜਦੋਂ ਸਾਡੇ ਅੰਦਰਲੇ ਮਤਭੇਦ ਹੀ ਦੂਰ ਨਹੀਂ ਹੋ ਰਹੇ, ਮੈਦਾਨ 'ਚ ਆ ਰਹੇ, ਬਾਹਰ ਆ ਰਹੇ, ਸਾਹਮਣੇ ਆ ਰਹੇ, ਮੰਚ ਤੇ ਆ ਰਹੇ, ਅਖਬਾਰਾਂ ਮੀਡੀਆ 'ਚ ਆ ਰਹੇ। ਕੀ ਅਸੀਂ ਗਵਰਨਮੈਂਟ ਨਾਲ ਕਾਮਯਾਬੀ ਨਾਲ ਗੱਲਬਾਤ ਅੱਗੇ ਵਧਾ ਸਕਾਂਗੇ? ਇਹ ਸ਼ੱਕ ਸ਼ੁਬੇ ਪੈਦਾ ਨਹੀਂ ਹੋਣੇ ਚਾਹੀਦੇ। ਇਹ ਗੱਲਾਂ ਇੰਨੀਆਂ ਅੱਗੇ ਵੱਧ ਕੇ ਨਹੀਂ ਸੀ ਆਉਣੀਆਂ ਚਾਹੀਦੀਆਂ, ਇਹਨਾਂ ਨੂੰ ਐਡਰੈਸ ਕਰਨਾ ਬਣਦਾ ਸੀ ਸਮੇਂ ਸਿਰ। ਅਜੇ ਵੀ ਮੌਕਾ ਹੈ। ਜਿਸ ਤਰੀਕੇ ਨਾਲ ਚੜੂਨੀ ਨੇ ਇਹ ਕਿਹਾ ਕਿ ਮੈਂ ਉਹਨਾਂ ਦੇ ਨਾਲ ਆ, ਮੈਂ ਅੰਦੋਲਨ ਖਰਾਬ ਕਰ ਹੀ ਨਹੀਂ ਸਕਦਾ, ਸੋਚ ਵੀ ਨਹੀਂ ਸਕਦਾ, ਤਾਂ ਇਸ ਸਟੇਟਮੈਂਟ ਤੋਂ ਬਾਅਦ ਇਹਨਾਂ ਦੀ ਇੱਕ ਆਪਸੀ ਮੀਟਿੰਗ ਹੋਣੀ ਬਣਦੀ ਹੈ। ਅੰਦੋਲਨ ਨੂੰ ਲੈ ਕੇ ਅਗਲੇ ਪੈਂਤੜੇ ਸਰਬ ਸਾਂਝੀ ਵਾਲਤਾ ਦੇ ਤਰੀਕੇ ਨਾਲ ਹੋਣੇ ਚਾਹੀਦੇ ਆ ਜੀ। ਔਰ ਮੈਨੂੰ ਲੱਗਦਾ ਹੈ ਕਿ ਜੇਕਰ ਇਹ ਅਜੇ ਵੀ ਇਕੱਠੇ ਮੀਡੀਆ ਦੇ ਸਾਹਮਣੇ ਆਉਣ ਤੇ ਆਪਣੇ ਆਪ ਨੂੰ ਸਪਸ਼ਟ ਕਰਨ, ਉਹ ਬੜਾ ਜ਼ਰੂਰੀ ਹੈ। ਬਿਲਕੁਲ। ਦੇਖੋ, ਤੁਹਾਨੂੰ ਯਾਦ ਹੈ ਕਿ ਇਸ ਤੋਂ ਪਹਿਲਾਂ ਇੱਕ ਵਾਰੀ ਰਾਜੇਵਾਲ ਸਾਹਿਬ ਦਾ ਬਿਆਨ ਆਇਆ ਸੀ ਕਿ ਕੇਸਰੀ ਨਿਸ਼ਾਨ ਬਾਰੇ ਜੀ ਆਇਆ ਸੀ ਕਿ ਨਹੀਂ, ਸਿਰਫ ਤਿਰੰਗਾ ਝੰਡਾ ਲਾਇਆ ਜਾਵੇ ਜਾਂ ਕਿਸਾਨ ਯੂਨੀਅਨਾਂ ਦੇ ਝੰਡੇ ਲੱਗਣ ਜੀ। ਉਸ ਵੇਲੇ ਕੀ ਹੋਇਆ ਸੀ ਕਿ ਇੱਕ ਛੋਟਾ ਜਿਹਾ ਮੰਚ ਵੱਖਰਾ ਬਣ ਗਿਆ, ਜਿੱਥੋਂ ਸਾਰੇ ਉਸ ਵਿਚਾਰਧਾਰਾ ਨਾਲ ਜਿਹੜੇ ਜੁੜੇ ਸਨ, ਜਿਹੜੇ ਆਪਣੇ ਆਪ ਨੂੰ ਮੰਨਦੇ ਸਨ ਕਿ ਅਸੀਂ, ਸਾਡਾ ਧਾਰਮਿਕ ਫਰਜ਼ ਵੀ ਇਹ ਆ ਕਿ ਅਸੀਂ ਜਿੱਥੇ ਵੀ ਕਿਤੇ ਸਾਡੇ ਨਾਲ ਕਿਸੇ ਨਾਲ ਆਪਣਾ ਧੱਕਾ ਹੁੰਦਾ ਆ, ਅਸੀਂ ਉਹਦੇ ਲਈ ਜੰਗ, ਲੜਾਈ ਲੜੀਏ, ਆਵਾਜ਼ ਉਠਾਉਣੇ। ਠੀਕ ਹੈ ਜੀ। ਉਹ ਲੋਕ ਜਦੋਂ ਜੁੜੇ ਨੇ, ਉਹ ਲੋਕ ਅੱਜ ਵੀ ਉੱਥੇ ਨੇ। ਅੱਜ ਇਹ ਨਹੀਂ ਹੈ ਕਿ ਉੱਥੇ ਕੋਈ ਕੇਸਰੀ ਨਿਸ਼ਾਨਾਂ ਦੀ ਗਿਣਤੀ ਘਟ ਗਈ ਹੈ।
ਸਭ ਕੁਝ ਹੈ। ਕਿਸਾਨਾਂ ਦੇ ਵੀ ਯੂਨੀਅਨਾਂ ਦੇ ਵੱਖਰੇ ਝੰਡੇ ਨੇ, ਉਹ ਵੀ ਝੂਲਦੇ ਪਏ ਨੇ, ਲੇਕਿਨ ਉਹ ਸਾਰੀ ਇੱਕ ਜਿਹੜੀ ਸੁੰਦਰ ਫੁਲਵਾੜੀ ਬਣੀ ਹੋਈ ਆ, ਉਹ ਮਜ਼ਬੂਤੀ ਦਾ ਪ੍ਰਤੀਕ ਹੈ। ਸਰਦਾਰ ਸਾਹਿਬ ਦੇਖੋ, ਨਿਸ਼ਾਨ ਕੋਈ ਵੀ ਹੋਵੇ, ਇਹ ਸੰਵਿਧਾਨਕ ਦਾਇਰਿਆਂ 'ਚ ਬਿਲਕੁਲ ਸਿੱਖ ਨੂੰ ਸਭ ਤੋਂ ਪਹਿਲਾਂ ਉਹਦੀ ਧਾਰਮਿਕ ਮਾਨਤਾ ਬਿਲਕੁਲ ਮਰਿਆਦਾ ਅਲਾਉਡ ਆ। ਸਹੀ ਗੱਲ। ਸਾਨੂੰ ਤਾਂ ਇਹ ਲੜਾਈਆਂ ਜਿਹੜੀਆਂ ਵਿਦੇਸ਼ਾਂ 'ਚ ਜਿੱਤ ਮਿਲੀ ਆ, ਇਹ ਆਪਣੇ ਦੇਸ਼ ਦੇ ਵਿੱਚ ਤਾਂ ਸਾਡਾ ਹੱਕ ਹੈ ਕਿ ਅਸੀਂ ਆਪਣੇ ਜਿਹੜੇ ਸਾਡੇ ਇਸ਼ਟ ਨੇ ਜਾਂ ਸਾਡੇ ਜਿਹੜੇ ਆਪਣੇ ਸਿਧਾਂਤ ਨੇ ਉਹਨਾਂ ਦੇ ਨਾਲ ਚੱਲ ਸਕੀਏ। ਅੰਦੋਲਨ ਦੀ ਇਹੋ ਖੂਬਸੂਰਤੀ ਹੁੰਦੀ ਹੈ ਕਿ ਵੱਖ-ਵੱਖ ਵਿਚਾਰਾਂ ਦੇ ਲੋਕ ਇੱਕ ਖਾਸ ਮਕਸਦ ਲਈ ਇਕੱਠੇ ਹੋ ਕੇ ਜੂਝਣ। ਸੋ ਇਹ 'ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇੱਕ ਸਾਂਝਾ ਬਿਆਨ ਜਾਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰ ਲੈਣੀ ਚਾਹੀਦੀ, ਭਾਵੇਂ ਅੱਜ ਦੇਰ ਸ਼ਾਮ ਨੂੰ ਹੀ ਕਰਨ। ਜੇਕਰ ਇਸ ਗੱਲ ਨੂੰ ਟਾਲਿਆ ਜਾਂਦਾ, ਇਹ ਹਉਮੈ ਦੀ ਲੜਾਈ ਹੋਊਗੀ। ਰਾਜੇਵਾਲ ਦੇ ਅੰਦਰਲੇ ਡਰ ਨਹੀਂ ਹੋਣੇ ਚਾਹੀਦੇ ਕਿ ਗੁਰਨਾਮ ਸਿੰਘ ਚੜੂਨੀ ਲੋਕਾਂ ਦੀ ਜ਼ਿਆਦਾ ਹਮਦਰਦੀ ਲੈ ਕੇ ਜਾ ਰਹੇ ਆ। ਇਹ ਚੀਜ਼ਾਂ ਵੱਖਰੀਆਂ ਨੇ, ਹਰੇਕ ਦਾ ਆਪਣਾ ਇੱਕ ਰਾਏ ਆ, ਆਪਣਾ ਤੌਰ ਤਰੀਕਾ ਹੈ। ਜੇ ਕਿਸੇ ਨੂੰ ਲੋਕ ਜ਼ਿਆਦਾ ਪਿਆਰ ਕਰ ਰਹੇ ਆ ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਉਹ ਸਾਡਾ ਹਿੱਸਾ ਹੈ, ਸਾਡੇ ਨਾਲ ਤੁਰਨ ਵਾਲਾ ਹੈ। ਲੇਕਿਨ ਦੂਜੇ ਬੰਨੇ ਗੁਰਨਾਮ ਸਿੰਘ ਚੜੂਨੀ ਲਈ ਵੀ ਇਹ ਜ਼ਰੂਰੀ ਸੀ ਕਿ ਉਹ ਜਾਣ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰ ਲੈਂਦੇ ਕਿ ਮੈਨੂੰ ਸੱਦਿਆ ਗਿਆ, ਮੈਂ ਪੁਰਾਣਾ ਮੈਂਬਰ ਹਾਂ, ਜੇ ਮੈਂ ਚਲੇ ਜਾਵਾਂ ਇਹ ਮੈਂ ਵਿਅਕਤੀਗਤ ਹੈਸੀਅਤ ਜਾਊਂਗਾ। ਤੇ ਇਹ ਵੀ ਮੇਰੇ ਖਿਆਲ ਜ਼ਿਆਦਾ ਜ਼ਰੂਰੀ ਸੀ। ਗੁਰਨਾਮ ਸਿੰਘ ਚੜੂਨੀ ਔਰ ਬਲਬੀਰ ਸਿੰਘ ਰਾਜੇਵਾਲ ਦੋਵਾਂ ਦਾ ਹੀ ਆਪਣੇ ਆਪਣੇ ਪੱਧਰ ਤੇ ਕੋਈ ਨਾ ਕੋਈ ਜਿਹੜਾ ਵਾਰਤਾਲਾਪ ਜਾਂ ਕਨਵਰਸੇਸ਼ਨ ਉਹਦੇ 'ਚ ਕਮੀ ਕਰਕੇ ਜਿਹੜਾ ਸੰਪਰਕ ਦਾ ਖੜਾ ਸੀ, ਉਹਦੇ ਕਾਰਨ ਇਹ ਹਾਲਾਤ ਬਣੇ ਆ। ਪਰ ਇਹ ਰੌਲਾ ਰੱਪਾ ਹੁਣ ਮੁੱਕ ਜਾਣਾ ਚਾਹੀਦਾ। ਅੰਦੋਲਨ ਲਈ ਇਹੀ ਫਾਇਦੇਮੰਦ ਆ। ਪੰਜਾਬੀਆਂ ਦਾ ਬੜਾ ਕੁਝ ਦਾਅ ਤੇ ਲੱਗਿਆ ਪਿਆ ਔਰ ਹਰੇਕ ਘਰ ਦਾ ਬਹੁਤ ਕੁਝ ਲੱਗਿਆ ਪਿਆ। ਸੋ ਇਸ ਆਬਰੂ ਲਈ, ਇਸ ਇੱਜ਼ਤ ਲਈ, ਇਸ ਸਤਿਕਾਰ ਮਾਣ ਲਈ ਇਹ ਬਹੁਤ ਜ਼ਰੂਰੀ ਆ ਕਿ ਮਤਭੇਦ ਦਿਸਣ ਨਾ, ਘੱਟੋ ਘੱਟ। ਮਿਹਰਬਾਨੀ।